अरे सर हम भी यही बोलते तो यही कहते हैं, हम अपने घर में जाए। ऊपर से ऑर्डर है, हमारे ऊपर से ऑर्डर है। ठीक है हमारे को ये बोला जाता है, अरे हमारा बंगलो आपका बंगलो, हम भी वहाँ से जब आते हैं। सूरज हाँ जी, यार शुक्ला डीसी ला क्या? मैं लग जाऊंगा, कोई गल नहीं, मैं लग जाऊंगा। कितनी गड्डी छड़ के आ रहे हैं, पैदल चल जाओ, हेलो हाँ जी जी भाई साडा घर इत्थे है, साडे जाम के घर जान दो, मरीज नूं नहीं जानदे ते इहदा नहीं जानदे। अज इन्हां नूं भी एहसास होवे कि किद्दां घर जाते वेले तंगी हुंदी है। धन्नवाद। कुछ नहीं करना, कैसा ਤੁਹਾਡਾ ਸੇ ਮੋਟਰਸਾਈਕਲ ਲੱਗਾ, ਅਸੀਂ ਰੱਖਿਆ ਕਰ ਰਹੇ ਤੁਹਾਡੇ ਮੋਟਰਸਾਈਕਲ ਦੀ। ਕਿ ਥੋੜੀ ਸਾਡੀ ਕੰਪਲੇਂਟ ਤਾਂ ਕਰੋ, ਘੱਟੋ ਘੱਟ ਤੁਹਾਡੇ ਅਫਸਰ ਆਲਾ ਅਫਸਰ ਆਣ ਸਾਡੇ ਨਾਲ ਗੱਲ ਕਰਨ। ਅਸੀਂ ਬੇਵਕੂਫ ਹੋਈ ਹਾਂ ਕਿ ਜਿਹੜੇ ਇੱਥੇ ਸਵੇਰ ਦੇ ਆ ਕੇ ਬੈਠੇ ਹੋਏ ਆ। ਉਹ ਤਾਂ ਆਪਣੇ ਘਰੋਂ ਨਹੀਂ ਬਾਹਰ ਨਿਕਲਦੇ ਭਾਜੀ। ਭਾਈ ਹੁਣ ਅਫਸਰ ਕੀ ਕਹਿੰਦੇ ਜਿਹਦਾ ਬਾਈਕ ਲਗਾ ਕੇ ਗਏ, ਕੀ ਕਹਿੰਦੇ ਤੁਹਾਨੂੰ? ਉਹ ਕਹਿੰਦੇ ਦੇਖ ਲਾਂਗੇ। ਇਹਨਾਂ ਨੇ ਕੁਝ ਨਹੀਂ ਕਹਿ ਰਹੇ ਕਿ ਇਹਨਾਂ ਦਾ ਕੋਈ ਜਵਾਬ ਨਹੀਂ ਹੈ, ਕੋਈ ਕੁਝ ਨਹੀਂ ਹੈਗਾ, ਸਿਰਫ ਸਾਨੂੰ ਇਹਨਾਂ ਨੇ ਬੇਵਕੂਫ ਬਣਾਇਆ ਹੋਇਆ ਹੈਗਾ। ਹੁਣ ਤੁਹਾਡਾ ਜਿੰਨ ਤੱਕ ਤੁਹਾਡੀ ਮੰਗਾਂ ਪੂਰੀਆਂ ਹੋਣ, ਤੁਹਾਡਾ ਪ੍ਰਦਰਸ਼ਨ ਇੱਥੇ ਚੱਲਦਾ ਰਹੂਗਾ। ਬਿਲਕੁਲ ਇੱਦਾਂ ਹੀ ਰਹੂਗਾ ਜੀ। ਕਿਸੇ ਨੂੰ ਵੀ ਆਇਆ ਉਹ ਦੇਖੋ ਜੀ, ਭਾਵੇਂ ਮਹੀਨਾ ਲੱਗੇ ਭਾਵੇਂ 2 ਮਹੀਨੇ ਲੱਗਣ, ਹੁਣ ਲੰਗਰ ਸ਼ੁਰੂ ਹੋ ਗਿਆ ਤਾਂ ਇੱਥੇ ਹੀ ਬਹਿਣਾ। ਅਸੀਂ ਰਾਸਤਾ ਬੰਦ ਹੈ ਜੀ, ਅਸੀਂ ਪਰੇਸ਼ਾਨ ਹੈ ਕਿ ਉਹ ਤਾਂ ਆਰਮੀ ਪਰਸਨ ਦੇ ਪਰੇਸ਼ਾਨ ਹੋ ਗਏ। ਕੋਈ ਵੀ ਪਰਸਨ, ਵੱਡਾ ਪਰਸਨ ਵੀ ਹੋਏਗਾ, ਉਹਨੂੰ ਵੀ ਜਾਣ ਦੇਣਾ। ਮੋਦੀ ਵੀ ਆ ਜਾਊਗਾ, ਉਹ ਵੀ ਨਹੀਂ ਜਾ ਪਾਊਗਾ ਇਸ ਰੋਡ ਤੋਂ। ਹੁਣ ਜਿਹੜਾ ਮਰਜ਼ੀ ਆ ਜਾਵੇ ਇੱਥੇ, ਬਸ ਜਾਂ ਆਰ ਜਾਂ ਪਾਰ ਸਾਡੀ ਲੜਾਈ ਹੈਗੀ ਅੱਜ। क्योंकि चारों पास से आर्मी वाले ने रस्ते बंद किए हुए हैं। कोई एमरजेंसी केस है, कोई स्कूल वाले बच्चे है, कोई इदा ड्यूटियां वाले है, उन्होंने बहुत परेशानी होंगी। 4-4 किलोमीटर दूर जाना पैंदा, उन्होंने घूम के जाना पैंदा। नहीं बंद क्यों किया रास्ता? कुछ पता नहीं, ये कोई सानू पता ही नहीं भी क्यों किया है। कोई कभी सर नूं पता है कि जिन्होंने बंद किए गए बैरिकेडेड लगा देंगे, जैसे सानू तो इहदा भी नहीं है पता भी क्यों कीते। इन्ने सालां च ਅਸੀਂ नहीं देखे रस्ते बंद ਜਿਹੜੇ ਹੁਣ ਕਈ ਵਾਰੀ ਕਰ ਰਹੇ ਆ ਨਾ, ਉਹਨਾਂ ਨੂੰ ਸਾਰਿਆਂ ਨੂੰ ਜਾਣ ਦੇ ਰਹੇ ਅਸੀਂ। ਅਸੀਂ ਕਿਸੇ ਨੂੰ ਕਿਸੇ ਹਰਾਸਮੈਂਟ ਨਹੀਂ ਕਰ ਰਹੇ ਭਾਜੀ, ਕਿਸੇ ਨੂੰ ਜਾਂ ਜ਼ਰੂਰਤਮੰਦ ਆ ਉਹ ਤਾਂ ਜਾ ਰਹੇ ਅਸੀਂ ਰੋਕਦੇ। ਨਾਲੇ ਸਾਈਕਲ ਵਾਲਾ ਦਿਹਾੜੀਦਾਰ ਜਿਹੜਾ ਵੀ ਆ ਰਿਹਾ ਉਹਨੂੰ ਜਾਣ ਦੇ ਰਹੇ। ਇਹ ਨਹੀਂ ਕਿ ਭਾਈ ਇੰਨੇ ਵੀ ਆਪਾਂ ਕਦੋਂ ਤੱਕ ਪਰੇਸ਼ਾਨ ਕਰੀਏ ਭਾਈ ਕਿਸੇ ਨੂੰ, ਠੀਕ ਹੈ ਕਿ ਨਹੀਂ? ਗੁੱਸਾ ਸਿਰਫ ਆਦਮੀ ਨਾ ਆ। ਹੋਰ ਭਾਈ ਆਪਾਂ ਕਿਸੇ ਨੂੰ ਕੁਝ ਨਹੀਂ ਆ ਕਿ ਆਪਣਾ ਬਸ ਇਹ ਆ ਕਿ ਉਹ ਆਰਮੀ ਦੇ ਸਾਡੀ ਜਿਹੜੀ ਹੈਗੀ ਹੈ ਗੱਲਬਾਤ ਉਹ ਸੁਣਨ ਬਸ, ਹੋਰ ਕੋਈ ਚੱਕਰ ਨਹੀਂ। ਕੋਈ ਨਹੀਂ ਆਇਆ ਭਾਜੀ, ਕੋਈ ਵੀ ਨਹੀਂ ਆਇਆ ਭਾਜੀ। ਆ ਦੇਖੋ ਮੇਰੀ ਗੱਲ ਸੁਣੋ, ਆ ਦੇਖੋ ਪਿੱਛੇ ਆ ਬਾਈਕ ਲਾ ਕੇ ਆਪਣੇ ਘਰੇ ਗਏ ਅਫਸਰ। ਆ ਖੜਾ ਬਾਈਕ ਪਿੱਛੇ ਸਾਰੀ ਕੋਠੀਆਂ ਹੀ ਆ, ਸਾਰੇ ਬੈਠੇ ਆ ਜੀ, ਸਾਰੇ ਬੈਠੇ ਆ ਜੀ। ਉਹ ਦੇਖੋ ਉਹਨਾਂ ਨੂੰ ਏਰੀਆ ਹੁੰਦਾ ਸਰ ਜੀ, ਉਹ ਦੇਖੋ ਸਾਰੇ ਸਿਆਣੇ ਭਾਜੀ ਜਨਾਨੀਆਂ ਬੈਠੇ ਸਭ ਬੈਠੇ ਆ। ਆਪਣੇ ਕੈਂਟਬੋਰਡ ਮੈਂਬਰ ਆ ਨਾ, ਉਹਨਾਂ ਨੇ ਵੀ ਸਭ ਨਾਲ ਗੱਲ ਕਰ ਲਈ ਹੈ। ਪਹਿਲਾਂ ਇੰਨੇ ਦਿਨਾਂ ਦੀ ਗੱਲਬਾਤ ਹੀ ਚੱਲ ਰਹੀ ਸੀ, ਅੱਜ ਇਹ ਨਾ ਜਿਹੜਾ ਹੋਇਆ ਨਾ ਇਹ ਅੱਕ ਕੇ ਹੋਇਆ ਭਾਜੀ। ਸਿਵਲ ਮੈਂਬਰ ਜਿਹੜਾ ਹੈਗਾ ਕੰਟੋਨਮੈਂਟ ਬੋਰਡ ਦਾ, ਉਹ ਵੀ ਉੱਥੇ ਬੈਠਾ ਹੋਇਆ ਧਰਨੇ ਤੇ। ਉਹ ਵੀ ਪਹਿਲਾਂ 3-4 ਦਿਨਾਂ ਤੋਂ ਗੱਲਾਂ ਬਾਤਾਂ ਹੀ ਕਰ ਰਹੇ ਸੀ। ਅੱਜ ਇਹ ਅੱਕ ਕੇ ਹੋਇਆ ਸੀ। ਜੇ ਸੁਣਵਾਈ ਨਹੀਂ ਹੋ ਰਹੀ ਤਾਂ ਭਾਈ ਅੱਕਣਾ ਹੀ ਆ ਬੰਦਿਆਂ ਨੇ, ਫਿਰ ਇੱਥੇ ਹੀ ਆਣਾ। ਮੈਂ ਹੋਰ ਕਿਤੇ ਜਾਈਏ ਦੱਸੋ? ਚਲੋ ਆ ਜੀ ਸਾਰੇ ਵਾਪਸ ਹੋ ਜਾਓ। ये चीज क्लियर कि ਅਸੀਂ ਬੱਚੇ ਦਾ ਜਲੰਧਰ ਛਾਵਣੀ ਦੇ ਜਿਹੜੇ ਰਸਤੇ ਹੈਗੇ ਆ, ਇੱਕ ਜਲੰਧਰ ਕੰਟੋਨਮੈਂਟ ਏਰੀਆ ਜਿੱਥੇ ਸਿਵਲ ਆਮ ਜਨਤਾ ਤੇ ਸਾਡੇ ਸੈਨਿਕ ਜਵਾਨਾਂ ਦਾ ਇੱਥੇ ਯੂਨਿਟ ਹੈਗੇ, ਸੈਨਿਕ ਜਵਾਨ ਰਹਿੰਦੇ ਆ। ਔਰ ਇੱਥੇ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਛਾਵਣੀ ਦੇ ਆਉਣ ਵਾਲੇ ਰਸਤੇ ਔਰ ਜਾਣ ਵਾਲੇ ਰਸਤੇ ਹੈ, ਉਹ ਇੱਥੇ ਲੋਕਲ ਮਿਲਟਰੀ ਅਥਾਰਟੀ ਜਿਹੜੀ ਹੈਗੀ ਆ, ਉਹਨੇ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਸੁਰੱਖਿਆ ਦਾ ਸਿਰਫ ਨਾਮ ਮਾਤਰ ਹਵਾਲਾ ਦੇ ਕੇ ਪਿਛਲੇ ਕਾਫੀ ਮਹੀਨਿਆਂ ਤੋਂ ਰਸਤੇ ਬੰਦ ਕੀਤੇ ਹੋਏ ਆ, ਜਿਹਦੇ 'ਚ ਲੋਕਾਂ ਨੂੰ ਛਾਵਣੀ ਤੋਂ ਬਾਹਰ ਜਾਣ ਲੱਗੇ ਔਰ ਛਾਵਣੀ ਦੇ ਅੰਦਰ ਆਉਣ ਲੱਗੇ ਪਰੇਸ਼ਾਨੀ ਹੁੰਦੀ ਹੈ, ਘੁੰਮ ਕੇ ਆਉਣਾ ਪੈਂਦਾ ਹੈ। और कई रस्ते तो पक्के बंद करते हैं। और फिर जो लोग छावनी के अंदर आते हैं तो लोकल मिलिटरी प्रशासन जिहड़ा हैगा वो लोगों को तरह तरह नाल परेशान करता है कि आरसी दिखाओ, पोल्यूशन दिखाओ, लंबिया लंबिया लाइनां लग जाती है, बच्चे स्कूलों लेट हो जाते हैं, लोग नौकरी जान लिए लेट हो जाते हैं। जो कोई बीमार होवे तो वो बीमारी जिहड़ी है खड़े खड़े ज़्यादा बढ़ जाती है। और ਬਿਮਾਰਾਂ ਨੂੰ ਵੀ ਇਹ ਜੇ ਕੋਈ ਨਾਕੇ ਜਿਹਦਾ ਘਰ ਨਾਕੇ ਦੇ ਨਾਲ ਹੈਗਾ, ਜਿੱਥੋਂ ਬਾਹਰ ਜਾਣ ਦਾ ਰਸਤਾ ਹੈ, ਅਗਰ ਕੋਈ ਬਿਮਾਰ ਹੋ ਜਾਂਦਾ
ਬਾਹਰ ਜਾਣ ਲਈ ਉਹ ਕਹਿੰਦਾ ਮੈਨੂੰ ਜਾਣ ਦਿਓ, ਚਾਹੇ ਉਹ ਹਾਰਟ ਦਾ ਪੇਸ਼ੈਂਟ ਹੋਵੇ, ਉਹਦੇ ਅਖੀਰਲੇ ਸਾਹ ਚੱਲ ਰਹੇ ਹੋਣ, ਲੇਕਿਨ ਉਹ ਫੌਜੀ ਪ੍ਰਸ਼ਾਸਨ ਫੌਜਾਂ ਦੇ ਇਦਾਂ ਦੇ ਉਹਨਾਂ ਨੇ ਆਰਡਰ ਦਿੱਤੇ ਹੋਏ ਆ ਕਿ ਉਹ ਕਹਿੰਦੇ 7 ਕਿਲੋਮੀਟਰ ਘੁੰਮ ਕੇ ਜਾਓ। ਤੋ ਕਹਿਣ ਦਾ ਭਾਵ ਬੜੇ ਲੰਬੇ ਸਮੇਂ ਤੋਂ ਲੋਕ ਇੱਥੇ ਪਰੇਸ਼ਾਨ ਹੈ। ਔਰ ਦੂਜੀ ਗੱਲ ਇਹ ਹੈਗੀ ਹੈ ਕਿ ਲੋਕ ਇਸ ਕਰਕੇ, ਅੱਜ ਮੈਂ ਇੱਥੇ ਦਾ ਸਿਵਲ ਮੈਂਬਰ ਹਾਂ ਜੀ, ਮੈਨੂੰ ਸਿਵਲ ਮੈਂਬਰ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਨੇ ਬਣਾ ਕੇ ਭੇਜਿਆ। ਅੱਜ ਇੱਥੇ ਲੋਕਾਂ ਨੇ ਪਰੇਸ਼ਾਨ ਹੋ ਕੇ ਇੱਥੇ ਲੋਕਾਂ ਨੇ ਧਰਨਾ ਲਾਤਾ ਤੇ ਮੈਨੂੰ ਵੀ ਇੱਥੇ ਆਉਣਾ ਪਿਆ। ਲੋਕ ਇਸ ਕਰਕੇ ਪਰੇਸ਼ਾਨ ਹੈਗੇ ਆ ਕਿ ਜਿਹੜੇ ਰਸਤੇ ਬੰਦ ਕੀਤੇ ਗਏ ਆ, ਕੰਟੋਨਮੈਂਟ ਬੋਰਡ ਦਾ ਇੱਕ ਸਿਸਟਮ ਹੁੰਦਾ ਹੈ ਜੀ, ਉਸ ਸਿਸਟਮ ਨੂੰ ਅਡਾਪਟ ਕਰਕੇ ਸੰਵਿਧਾਨ ਦੀ ਪ੍ਰਕਿਰਿਆ ਅਪਣਾ ਕੇ ਰਸਤੇ ਬੰਦ ਕਰਨੇ ਚਾਹੀਦੇ ਆ। ਜਿਹੜੀ ਸੰਵਿਧਾਨ ਦੀ ਪ੍ਰਕਿਰਿਆ ਨਹੀਂ ਅਪਣਾਈ, ਉਹਦੀ ਉਲੰਘਣਾ ਕਰਕੇ ਲੋਕਲ ਮਿਲਟਰੀ ਅਥਾਰਟੀ ਨੇ ਰਸਤੇ ਬੰਦ ਕੀਤੇ। ਔਰ ਇੱਥੇ ਜਿਹੜੇ CEO ਆ, ਜਿਹੜੇ IDS ਅਫਸਰ ਹੁੰਦੇ ਆ, ਜਿੱਦਾਂ ਆਪਣੇ ਕਮਿਸ਼ਨਰ ਪੁਲਿਸ ਦੇ ਵਿੱਚ DC IAS ਹੁੰਦੇ ਆ, ਇੱਦਾਂ ਇੱਥੇ ਦੇ ਜਿਹੜੇ ਪੁਲਿਸ ਜਿਹੜੇ ਇੱਥੇ ਦੇ ਅਧਿਕਾਰੀ ਆ IDES, ਇੰਡੀਅਨ ਡਿਫੈਂਸ ਸਟੇਟ ਆਫਿਸਰ ਮੇਰਾ ਸ਼ਾਇਦ ਉਹਨੂੰ ਕਹਿੰਦੇ ਆ, ਉਹ IDS ਅਫਸਰ ਖੁਦ ਕਹਿ ਰਹੇ ਆ, ਜੋਤੀ ਕੁਮਾਰ ਜੀ, ਕਿ ਜਿਹੜੇ ਰਸਤੇ ਬੰਦ ਕੀਤੇ ਗਏ ਆ ਇਹ ਸਾਡੇ ਕੰਟੋਨਮੈਂਟ ਦੀ ਅਣਦੇਖੀ ਕਰਕੇ ਔਰ ਨਜ਼ਰਅੰਦਾਜ਼ ਕਰਕੇ ਔਰ ਕਾਨੂੰਨ ਨੂੰ ਤੋੜ ਕੇ ਜਿਹੜਾ ਹੈਗਾ ਰਸਤੇ ਬੰਦ ਕੀਤੇ ਗਏ ਆ। ਲੇਕਿਨ ਜਿਹੜਾ ਹੈਗਾ ਉਹਨਾਂ ਦੀ, ਉਹ ਕਹਿੰਦੇ ਮੈਂ ਵੀ ਲਾਚਾਰ ਹਾਂ ਕਿਉਂਕਿ ਫੌਜੀ ਪ੍ਰਸ਼ਾਸਨ ਜਿਹੜਾ ਹੈਗਾ ਇੱਥੇ ਦਾ, ਕੁਛ ਇੱਦਾਂ ਦੇ ਅਫਸਰ ਆ ਗਏ ਆ। ਪਿੱਛੇ ਇੱਕ ਵਾਰ ਬੰਦ ਹੋਏ ਸੀ, ਲੇਕਿਨ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਹਸਤਾਖੇਪ ਕਰਕੇ ਖੁਲਾਏ ਸੀ ਔਰ ਇਹਨਾਂ ਨੇ ਬੋਰਡ ਦੀ ਮੀਟਿੰਗ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਰਸਤੇ ਬੰਦ ਨਹੀਂ ਕੀਤੇ। ਲੇਕਿਨ ਕੁਛ ਅਫਸਰ ਜਿਹੜੇ ਆਪਣੀ ਮਨਮਾਨੀ ਕਰ ਰਹੇ ਆ ਔਰ ਛਾਉਣੀ ਦੇ ਮਾਹੌਲ ਨੂੰ ਖਰਾਬ ਕਰ ਰਹੇ ਆ। ਛਾਉਣੀ ਦੀ ਜਿਹੜੀ ਜਨਤਾ ਹੈ ਫੌਜ ਦੇ ਖਿਲਾਫ ਨਹੀਂ ਹੈ, ਨਾ ਸੈਨਿਕਾਂ ਦੇ ਖਿਲਾਫ ਹੈ, ਉਹਨਾਂ ਨੂੰ ਸਲਾਮ ਮਾਰਦੀ ਹੈ। ਲੇਕਿਨ ਇੱਕ ਦੋ ਅਫਸਰਾਂ ਨੇ ਸੁਰੱਖਿਆ ਦਾ ਨਾਮ ਦੇ ਕੇ ਜਿਹੜਾ ਇੱਥੇ ਦਾ ਮਾਹੌਲ ਖਰਾਬ ਕੀਤਾ। ਮੈਂ ਕੇਂਦਰ ਸਰਕਾਰ ਨੂੰ, ਰੱਖਿਆ ਮੰਤਰਾਲੇ ਨੂੰ ਇਹੀ ਕਹਾਂਗਾ ਕਿ ਜਿਹੜੇ ਲੋਕ ਛਾਉਣੀ ਦੇ ਲੋਕਾਂ ਦਾ ਮੌਲਿਕ ਅਧਿਕਾਰ ਸੁਰੱਖਿਆ ਦੇ ਨਾਮ ਤੇ ਗੁੰਮਰਾਹ ਕਰਕੇ ਉੱਪਰ ਵੀ ਗੁੰਮਰਾਹ ਕਰਦੇ ਆ, ਜਿਹੜਾ ਪੁੱਛੇ ਉਹਨੂੰ ਸੁਰੱਖਿਆ ਦਾ ਨਾਮ ਦੇ ਕੇ ਚੁੱਪ ਕਰਾ ਦਿੰਦੇ ਆ। ਉਹਦੀ ਜਾਂਚ ਕਰਾਈ ਜਾਵੇ। ਅਗਰ ਜਾਂਚ ਦੇ ਵਿੱਚ ਸਾਨੂੰ ਲੱਗਦਾ ਹੈ ਰੱਖਿਆ ਮੰਤਰਾਲੇ ਨੂੰ ਕਿ ਵਾਕਈ ਕੋਈ ਇੱਥੇ ਖਤਰਾ ਹੈਗਾ, ਤੇ ਲੋਕਾਂ ਨੂੰ ਸਮਝਾ ਕੇ ਕਾਨੂੰਨ ਦੀ ਪ੍ਰਕਿਰਿਆ ਅਪਣਾ ਕੇ ਕੋਈ ਕੰਮ ਕੀਤੇ ਜਾਣ। ਕਾਨੂੰਨ ਦੀ ਪ੍ਰਕਿਰਿਆ ਤੋੜ ਕੇ ਜਿਹੜੇ ਕੰਮ ਕਰਨੇ ਆ, ਉਹ ਹਿੰਦੁਸਤਾਨ ਦੇ ਸੰਵਿਧਾਨ ਨੂੰ, ਬਾਬਾ ਸਾਹਿਬ ਦੇ ਜਿਹੜਾ ਸੰਵਿਧਾਨ ਬਣਾਇਆ ਉਹਨੂੰ ਚੈਲੰਜ ਕਰਨਾ ਹੈ। ਉਹਨੂੰ ਕੋਈ ਚੈਲੰਜ ਨਾ ਕਰੇ, ਉਹਨੂੰ ਸੰਵਿਧਾਨ ਦੇ ਮੁਤਾਬਕ ਜੋ ਕੰਮ ਕਰਨਾ ਦਾ ਫੌਜ ਦਾ ਪ੍ਰਸ਼ਾਸਨ ਕਰੇ। ਔਰ ਜਿਹੜੇ ਕੰਸਰਨਡ ਫੌਜ ਦੇ ਅਫਸਰ ਹੈਗੇ ਆ, ਅੱਜ ਛਾਉਣੀ ਦੇ ਵਿੱਚ ਮੈਂ ਦੇਖ ਰਿਹਾ ਕਿ ਆਮ ਜਨਤਾ ਦੇ ਵਿੱਚ ਕੁਝ ਇੱਕ ਦੋ ਅਫਸਰਾਂ ਕਰਕੇ ਫੌਜ ਦੇ ਪ੍ਰਤੀ ਖਟਾਸ ਕੈਂਟ 'ਚ ਵੱਧ ਰਹੀ ਹੈ। ਅਸੀਂ ਸੈਨਾ ਦੇ ਪੁਜਾਰੀ ਹਾਂ, ਸਾਰੀ ਉਮਰ ਰਹਿਣਾ ਵੀ ਹੈ, ਉਹਨਾਂ ਲਈ ਅਸੀਂ ਜਾਨ ਵੀ ਦੇ ਸਕਦੇ ਹਾਂ। ਲੇਕਿਨ ਜਿਹੜਾ ਕਰਕੇ ਇਹ ਖਟਾਸ ਪੈਦਾ ਹੋ ਰਹੀ ਹੈ, ਬੜਾ ਦੁਰਭਾਗਯਪੂਰਨ ਹੈ, ਕਿਉਂਕਿ ਇਹ ਇਕੱਲਾ ਹਰੇ ਛਾਉਣੀ 'ਚ ਚਿੰਗਾਰੀ ਉੱਠੀ ਹੈ। ਆਸ-ਪਾਸ ਦੇ ਜਿਹੜੇ 10-15 ਗਾঁव ਹੈਗੇ ਆ, ਉੱਥੇ ਵੀ ਲੋਕ ਬੜੇ ਪਰੇਸ਼ਾਨ ਹੈ। ਉਹ ਵੀ ਮੈਨੂੰ ਲੱਗਦਾ ਕਿ ਜਲਦੀ ਹੀ ਸੜਕਾਂ ਤੇ ਆ ਜਾਣਗੇ ਤੇ ਇਹ ਲੋਕ ਸੜਕਾਂ ਤੇ ਨਾਨ, ਲੋਕਾਂ ਦਾ ਜੀਵਨ ਜਿਹੜਾ ਇਹਨਾਂ ਨੇ ਕੈਦ ਕਰਕੇ ਰੱਖਿਆ ਹੈ। ਲੋਕਾਂ ਨੂੰ ਆਜ਼ਾਦੀ ਹੋਵੇ ਆਉਣ ਜਾਣ ਦੀ, ਜਿੱਥੇ ਸੁਰੱਖਿਆ ਦੀ ਗੱਲ ਆ ਉੱਥੇ ਕੋਈ ਮਾਪਦੰਡ ਅਪਣਾ ਕੇ ਸੁਰੱਖਿਆ ਦਾ ਕੋਈ ਐਕਸਰਸਾਈਜ਼ ਸਿਕਿਉਰਿਟੀ ਕਰਨ ਤੱਕ ਕਰਨ ਅਸੀਂ ਨਾਲ ਇਹਨਾਂ ਦੇ, ਲੇਕਿਨ ਕਾਨੂੰਨ ਨੂੰ, ਪ੍ਰਕਿਰਿਆ ਨੂੰ ਅਪਣਾ ਕੇ ਕਰਨ। ਸਾਡੀ ਇਸ ਵਿਸ਼ੇ ਵਿੱਚ ਕਿਸੇ ਨੇ ਪਹਿਲਾਂ ਤੁਸੀਂ ਗੱਲਬਾਤ ਨਹੀਂ ਕੀਤੀ ਕਿਸੇ ਉੱਚ ਅਧਿਕਾਰੀ ਨਾਲ? ਅਸੀਂ ਇੱਥੇ ਦੇ CEO ਨੂੰ ਵੀ ਮੈਮੋਰੈਂਡਮ ਦਿੱਤਾ। ਜਿਹੜੇ ਇੱਥੇ ਦੇ ਬੋਰਡ ਦੇ ਅਧਿਆਕਸ਼ ਹੈਗੇ ਆ, ਉਹ ਬ੍ਰਿਗੇਡੀਅਰ ਰੈਂਕ ਦੇ ਹੁੰਦੇ ਆ, ਮਾਨਨੀ ਆਦਰਨੀय ਸੰਜੋਗ ਨੇਗੀ ਜੀ ਹੈਗੇ ਆ, ਉਹਨਾਂ ਨੂੰ ਵੀ ਦੱਸਿਆ। ਲੇਕਿਨ ਇੱਥੇ ਦਾ ਮੈਨੂੰ ਲੱਗਦਾ ਬੋਰਡ ਦੇ ਜਿਹੜਾ ਸਾਡੇ CEO ਕਹਿ ਰਿਹਾ ਕਿ ਇਹਨਾਂ ਨੇ ਪ੍ਰਕਿਰਿਆ ਅਪਣਾਈ ਨਹੀਂ ਹੈ। ਬੋਰਡ ਦਾ ਅਧਿਆਕਸ਼ ਜਿਹੜੇ ਹੈਗੇ ਉਹ ਲੈਟਰ ਨਹੀਂ ਦਿਖਾ ਰਹੇ ਕਿ ਅਸੀਂ ਅਪਣਾ ਕੇ ਬੰਦ ਕੀਤੇ ਆ। ਅਗਰ ਬੰਦ ਕਰਨੇ ਹੋਣ ਤਾਂ ਉਹ ਬੋਰਡ ਦੇ ਵਿੱਚ ਹੁੰਦੇ ਆ, ਜਿੱਥੇ 7 ਪਬਲਿਕ ਦੇ ਨੁਮਾਇੰਦੇ ਹੁੰਦੇ ਆ। ਉਹ ਕਦੀ ਵੀ ਬੋਰਡ ਦੀ ਪ੍ਰਕਿਰਿਆ ਅਪਣਾਈ ਨਹੀਂ ਗਈ, ਸਿਰਫ ਸੁਰੱਖਿਆ ਦਾ ਨਾਮ ਦੇ ਕੇ ਜਿਹੜਾ ਹੈਗਾ ਬੰਦ ਕੀਤੇ ਗਏ। ਤਾਨਾਸ਼ਾਹੀ ਰਵੱਈਆ ਹੈਗਾ। ਇਹਦੇ ਲਈ ਸਾਡੇ ਇੱਥੇ ਲੋਕਲ ਵਿਧਾਇਕ ਵੀ ਆਏ, ਅਸੀਂ ਵੀ ਮੈਮੋਰੈਂਡਮ ਦਿੱਤਾ, ਮੈਂ ਵੀ ਮੈਮੋਰੈਂਡਮ ਦਿੱਤਾ। ਔਰ ਕੱਲ ਰਾਜਨਾਥ ਸਿੰਘ ਜੀ ਨੂੰ ਇੱਥੇ ਦੇ ਸਾਂਸਦ ਜਾ ਕੇ ਮਿਲੇ, ਚੌਧਰੀ ਸੰਤੋਖ ਜੀ ਦਿੱਲੀ ਜਾ ਕੇ ਮਿਲੇ। ਇੱਥੇ ਭਾਰਤੀ ਜਨਤਾ ਪਾਰਟੀ ਦੇ ਮੱਕੜ ਸਾਹਿਬ, ਸੋਢੀ ਸਾਹਿਬ, ਹਰ ਇੱਕ ਪਾਰਟੀ ਦਾ ਨੁਮਾਇੰਦਾ ਇੱਥੇ ਔਰ ਹਰ ਇੱਕ ਪੋਲੀਟੀਕਲ ਪਾਰਟੀ ਦੇ ਲੀਡਰ ਇੱਥੇ ਪਹੁੰਚੇ ਹੈ। ਚੌਧਰੀ ਸੰਤੋਖ ਜੀ ਨੇ ਸੰਸਦ ਦੇ ਵਿੱਚ ਆਪਣਾ ਰਾਜ ਸਭਾ ਦੇ ਰਾਜਨਾਥ ਸਿੰਘ ਜੀ ਜਿਹੜੇ ਰੱਖਿਆ ਮੰਤਰੀ ਹੈ ਉਹਨਾਂ ਕੋਲ ਜਾ ਕੇ ਇੱਥੇ ਦਾ ਕੱਲ ਦੱਸਿਆ ਕਿ ਲੋਕਾਂ ਦਾ ਜੀਣਾ ਹਰਾਮ ਹੋਇਆ। ਉਹ ਇਸ ਗੱਲ ਨੂੰ ਮੈਨੂੰ ਲੱਗਦਾ ਜਲਦੀ ਹੀ ਨੋਟਿਸ ਲੈਣਗੇ ਮਾਨनीय ਰਾਜਨਾਥ ਸਿੰਘ ਜੀ। ਲੇਕਿਨ ਕੱਲ ਉਹ ਮਿਲ ਕੇ ਆਏ ਆ। ਅੱਜ ਹੋਰ ਬੜੀ ਘਟਨਾ ਮਾੜੀ ਹੋਈ ਕਿ ਇੱਕ ਸੜਕ ਹੈਗੀ ਹੈ ਇੱਥੇ ਤੋਪਖਾਨੇ ਨੂੰ, ਜਿਹੜੀ ਤੋਪਖਾਨੇ ਤੋਂ ਦੂਸਰੇ ਰਸਤੇ ਨੂੰ ਜਾਂਦੀ ਹੈ। ਅੱਜ ਸਵੇਰੇ ਫੌਜ ਦੀਆਂ ਗੱਡੀਆਂ ਆ ਗਈਆਂ, ਉਹਨਾਂ ਨੇ ਗੱਬੇ ਸੜਕ ਨੂੰ ਪੱਟਣਾ ਸ਼ੁਰੂ ਕਰਤਾ, ਟੋਏ ਕੱਟਣੇ ਸ਼ੁਰੂ ਕਰਤੇ। ਔਰ ਉੱਥੇ ਉਹ ਪੌਦੇ ਲਗਾਉਣ ਦੀ ਸਕੀਮ ਸੀਗੇ ਕਿ ਇੱਥੇ ਕਦੀ ਸੜਕ ਹੈ ਹੀ ਨਹੀਂ। ਮਤਲਬ ਕਹਿਣ ਦਾ ਭਾਵ ਇੱਦਾਂ ਦੇ ਜਿਹੜੇ ਕਿਤੇ ਸੰਵਿਧਾਨ 'ਚ ਨਹੀਂ ਲਿਖਿਆ ਆਪਾਂ ਕਿਸੇ ਸੜਕ ਨੂੰ ਬੰਦ ਕਰ ਸਕਦੇ ਹਾਂ। ਉਹ ਜਦੋਂ ਫਿਰ ਲੋਕ ਇਕੱਠੇ ਹੋਏ ਤਾਂ ਉਹ ਵਾਪਸ ਗਏ। ਸਵੇਰੇ ਲੋਕਾਂ ਨੇ ਮੂਵੀਆਂ ਬਣਾਈਆਂ ਕਿ ਲੋਕਾਂ ਦਾ ਜੀਣਾ ਹਰਾਮ, ਸੜਕ ਤੱਕ ਉਹਨੂੰ ਪੱਟਣਾ ਸ਼ੁਰੂ ਕਰਤਾ। ਤਾਂ ਇੱਥੇ ਧੱਕੇਸ਼ਾਹੀ ਹੋ ਰਹੀ ਹੈ ਛਾਉਣੀ ਦੇ ਵਿੱਚ। ਮਤਲਬ ਰਸਤੇ ਤੇ ਗੱਬੇ ਪੱਟਣਾ ਸ਼ੁਰੂ ਕਰ ਹਾਂਜੀ।
ਇਹ ਕਿੱਥੇ ਦੀ ਜਿਹੜੀ ਇਹ ਪੱਟਿਆ ਗਿਆ ਪਿੱਛੇ ਮਤਲਬ ਗਲੀ ਹੈ ਦੇ ਜੀ, ਬੈਕ ਹਾਂਜੀ, ਸਾਈਡ ਤੇ ਨਾਲ ਹੀ ਹੈਗੀ ਹੈ। ਅੱਛਾ ਮਤਲਬ ਘਰਾਂ ਦੇ ਵਿੱਚ ਆਗ ਉਹਦਾ ਵਿਚਕਾਰ ਕੋਈ ਉਹ ਦਸਤਾਵੇਜ਼ ਨਹੀਂ ਲੋਕਾਂ ਨੂੰ ਦਿਖਾ ਸਕੇ। ਅਗਰ ਕੋਈ ਕੈਂਟ ਦੇ ਵਿੱਚ ਕੰਮ ਕਰਨਾ ਹੋਵੇ ਤਾਂ ਕੋਈ ਪ੍ਰਕਿਰਿਆ ਹੁੰਦੀ ਕਾਨੂੰਨ ਦੀ, ਕੋਈ ਕਾਨੂੰਨ ਦੀ ਪ੍ਰਕਿਰਿਆ ਨਹੀਂ ਅਪਣਾ ਰਹੇ। ਸਿਰਫ ਇੱਕ ਦੋ ਇੱਥੇ ਜਿਹੜੇ ਫੌਜ ਦੇ ਅਫਸਰ ਆਏ ਆ ਉਹ ਪਤਾ ਨਹੀਂ ਕੀ ਕਰਨਾ ਚਾਹੁੰਦੇ ਆ। ਮੈਨੂੰ ਲੱਗਦਾ ਕਿ ਛਾਉਣੀ ਦਾ ਮਾਹੌਲ ਖਰਾਬ ਕਰਨਗੇ। ਮੈਂ ਕੇਂਦਰ ਦੇ ਰੱਖਿਆ ਮੰਤਰੀ ਨੂੰ ਕਹਾਂਗਾ ਕਿ ਛਾਉਣੀ ਜਿਹੜੀ ਹੈਗੀ ਆ ਹਰ ਵੇਲੇ ਫੌਜ ਦੇ ਨਾਲ ਹੈ, ਸੈਨਾ ਦੇ ਨਾਲ ਹੈ, ਸੈਨਾ ਨੂੰ ਸਲਾਮ ਕਰਦੀ ਹੈ। ਸੈਨਾ ਲਈ ਸਾਰੀ ਛਾਉਣੀ ਮਰਨਾ ਚਾਹੁੰਦੀ ਹੈ, ਲੇਕਿਨ ਜਿਹੜੇ ਇੱਕ ਦੋ ਅਫਸਰ ਹੈ ਇਹ ਛਾਉਣੀ ਦੀ ਜਨਤਾ ਨੂੰ ਨਾ ਮਾਰਨ। ਛਾਉਣੀ ਦੀ ਜਨਤਾ ਫੌਜੀਆਂ ਲਈ ਮਰ ਸਕਦੀ ਹੈ, ਲੇਕਿਨ ਜਿਹੜੇ ਜਨਤਾ ਨੂੰ ਮਾਰਨ ਇੱਕ ਦੋ ਫੌਜੀ ਅਫਸਰ ਉਹਨਾਂ ਤੇ ਨਕੇਲ ਕਸੀ ਜਾਵੇ ਔਰ ਕੰਟੋਨਮੈਂਟ ਬੋਰਡ ਦੀ ਕਾਨੂੰਨੀ ਪ੍ਰਕਿਰਿਆ ਨੂੰ ਅਪਣਾ ਕੇ ਕੋਈ ਵੀ ਕੰਮ ਕੀਤਾ ਜਾਵੇ, ਜਨਤਾ ਨੂੰ ਸਲਾਮ ਕਰੇਗੀ।